हाँ जी पुत लास्ट टाइम ਆਪਾਂ ਕੀ ਕੀਤਾ ਸੀ ਓਮ ਲਾ ਬਾਰੇ ਕੀਤਾ ਸੀ। ਕੀ ਹੁੰਦਾ ਸੀ ਓਮ ਲਾ ਦੱਸੀ। ਓਮ ਲਾ ਆਪਣੇ ਕੋਲੇ ਕੀ ਆਂਦਾ ਸੀਗਾ ਵੀ ਜਿਹੜੀ ਵੋਲਟੇਜ ਹੁੰਦੀ ਆ ਠੀਕ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਆ ਕਰੰਟ ਦੇ ਕਿਸੇ ਗਿਵਨ ਸਰਕਿਟ ਦੇ ਵਿੱਚ। ਠੀਕ ਆ ਸੁਣ ਲਓ ਇੱਕ ਵਾਰੀ ਓਮਸ ਲਾ ਕੀ ਆਂਦਾ ਕਿਸੇ ਗਿਵਨ ਸਰਕਿਟ ਦੇ ਵਿੱਚ ਜੇ ਆਪਾਂ ਬੱਚੇ ਫਿਜ਼ੀਕਲ ਕੰਡੀਸ਼ਨਾਂ ਨਹੀਂ ਚੇਂਜ ਕਰਦੇ। ਫਿਜ਼ੀਕਲ ਕੰਡੀਸ਼ਨਾਂ ਫੋਰ ਐਗਜ਼ਾਮਪਲ ਆਪਾਂ ਟੈਂਪਰੇਚਰ ਨਹੀਂ ਚੇਂਜ ਕਰ ਸਕਦੇ। ਠੀਕ ਆ ਜਦੋਂ ਟੈਂਪਰੇਚਰ ਚੇਂਜ ਨਹੀਂ ਕੀਤਾ ਜਾਂਦਾ ਜਿੰਨੀ ਆਪਾਂ ਬੈਟਰੀ ਲਾਵਾਂਗੇ ਉਸ ਹਿਸਾਬ ਨਾਲ ਹੀ ਕਰੰਟ ਆਊਗਾ ਉਸ ਸਰਕਿਟ ਦੇ ਵਿੱਚ। ਠੀਕ ਆ ਸਪੋਜ਼ ਕਰ ਲਓ ਆਪਣੇ ਕੋਲ ਇੱਥੇ ਬਲਬ ਲੱਗਿਆ ਹੋਇਆ ਠੀਕ ਆ ਮੰਨ ਲਓ ਇੱਥੇ ਪੋਟੈਂਸ਼ੀਅਲ ਆਪਣੇ ਕੋਲੇ V ਆ ਠੀਕ ਆ ਤਾਂ ਕਰੰਟ ਇਹਦੇ ਵਿੱਚ ਜਿਹੜਾ ਟੱਪੂਗਾ ਉਹ ਇੱਕ ਦੂਜੇ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਤੇ ਪ੍ਰਪੋਰਸ਼ਨਲਿਟੀ ਦਾ ਸਾਈਨ ਕੱਟ ਕੇ ਇੱਥੇ R ਆ ਜਾਂਦਾ ਸੀ। R ਕੀ ਹੁੰਦਾ ਸੀ ਆ ਰਜਿਸਟੈਂਸ। ਰਜਿਸਟੈਂਸ ਕੀ ਹੁੰਦਾ ਸੀ ਆ ਕਿਸੇ ਵੀ ਕੰਡਕਟਰ ਦੀ ਇੱਕ ਪ੍ਰੋਪਰਟੀ ਹੁੰਦੀ ਆ ਜਿਹੜੀ ਕਰੰਟ ਨੂੰ ਪਾਸ ਕਰਨ ਤੋਂ ਰੋਕਦੀ ਹੁੰਦੀ ਆ। ਇਹੀ ਹੁੰਦਾ ਨਾ ਠੀਕ ਆ ਰਜਿਸਟੈਂਸ। ਇੱਥੋਂ ਤੱਕ ਆਪਾਂ ਕਰ ਲਿਆ ਸੀ ਠੀਕ ਆ। ਅੱਜ ਆਪਾਂ ਮੇਨ ਇਸੇ ਚੀਜ਼ 'ਤੇ ਹੀ ਕੰਸਨਟਰੇਟ ਕਰਨਾ ਰਜਿਸਟੈਂਸ। ਠੀਕ ਆ ਹੁਣ ਤੱਕ ਦਾ ਆਪਾਂ ਰਜਿਸਟੈਂਸ ਰਜਿਸਟਿਵਿਟੀ ਦੇ ਰਿਲੇਸ਼ਨ ਜੇ ਕੀਤੇ ਸੀਗੇ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਦੋ ਜਾਂ ਦੋ ਤੋਂ ਵੱਧ ਰਜਿਸਟੈਂਸ ਨੂੰ ਜੋੜ ਦਿੱਤਾ ਜਾਵੇ। ਠੀਕ ਆ ਪਹਿਲੇ ਤਾਂ ਗੱਲ ਆ ਵੈਸੇ ਆਪਾਂ ਨੂੰ ਜੋੜਨ ਦੀ ਲੋੜ ਕਿਉਂ ਪੈਂਦੀ ਆ ਬੱਚੇ। ਕਈ ਵਾਰ ਕੀ ਹੁੰਦਾ ਮਾਰਕੀਟ ਦੇ ਵਿੱਚ ਪਰਟੀਕੂਲਰ ਜਾਂ ਡਿਜ਼ਾਇਰ ਆਪਾਂ ਕਹਿ ਸਕਦੇ ਹਾਂ ਡਿਜ਼ਾਇਰ ਵੈਲਿਊ ਦੇ ਰਜਿਸਟੈਂਸ ਦੀ ਆਪਾਂ ਨੂੰ ਮਿਲਦੇ ਨਹੀਂ। ਉਦੋਂ ਕੀ ਆ ਅਸੀਂ ਉਹਨਾਂ ਦਾ ਕੰਬੀਨੇਸ਼ਨ ਕਰਦੇ ਹਾਂ। ਠੀਕ ਆ ਕੰਬੀਨੇਸ਼ਨ ਆਫ ਰਜਿਸਟੈਂਸ। ਉਦੋਂ ਉਹਨਾਂ ਦਾ ਕੀ ਕਰਦੇ ਹਾਂ ਅਸੀਂ ਕੰਬੀਨੇਸ਼ਨ ਕਰਦੇ ਹਾਂ। ਠੀਕ ਆ ਕੰਬੀਨੇਸ਼ਨ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਜਦੋਂ ਦੋ ਰਜਿਸਟੈਂਸ ਕੰਬਾਈਨ ਕਰਦੇ ਹਾਂ। ਹੁਣ ਦੋ ਰਜਿਸਟੈਂਸ ਨੂੰ ਕੰਬਾਈਨ ਕਰਨ ਦੇ ਦੋ ਵੇ ਆ। ਜਾਂ ਤਾਂ ਮੰਨ ਲਓ ਰਜਿਸਟੈਂਸ ਨੂੰ ਆਪਾਂ ਇੱਕ ਸਰਕਿਟ ਦੇ ਵਿੱਚ ਇੱਕੋ ਹੀ ਵਾਇਰ ਦੇ ਨਾਲ ਜੋੜ ਦਈਏ। ਇੱਕ ਹੀ ਵਾਇਰ ਦੇ ਨਾਲ ਠੀਕ ਆ ਡਾਇਰੈਕਟ ਵਾਇਰ ਦੇ ਵਿੱਚ ਕਨੈਕਟ ਕਰ ਦਈਏ ਅਤੇ ਉਹਨੂੰ ਬੈਟਰੀ ਨਾਲ ਜੋੜ ਦਈਏ। ਉਹਨੂੰ ਕੀ ਕਹਿ ਦਿੰਦੇ ਆ ਸੀਰੀਜ਼ ਕੰਬੀਨੇਸ਼ਨ। ਇਹਨੂੰ ਕੀ ਕਹਿ ਦਿੰਦੇ ਆ ਸੀਰੀਜ਼। ਇਹ ਕੀ ਹੁੰਦਾ ਆਪਣਾ ਸੀਰੀਜ਼ ਕੰਬੀਨੇਸ਼ਨ। ਜਾਂ ਦੂਜਾ ਵੇ ਕੀ ਆ ਆਪਾਂ ਮੇਨ ਵਾਇਰ ਨਾਲ ਦੋ ਤਿੰਨ ਰਜਿਸਟੈਂਸ ਇਸ ਤਰ੍ਹਾਂ ਆਰਡਰ ਜੋੜ ਠੀਕ ਆ। ਕਲੀਅਰ। ਹੁਣ ਮੈਂ ਇਹਦੀ ਵੋਲਟੇਜ ਨੂੰ V ਨਹੀਂ ਮੈਂ E ਲੈ ਕੇ ਚੱਲੂੰਗਾ। ਉਹ ਅੱਗੇ ਦੱਸਾਂਗੇ ਬੱਚੇ ਕਿਉਂ ਆਊਗਾ। ਠੀਕ ਆ ਇਹਦੀ ਨੋਟੇਸ਼ਨ ਹੀ ਯਾਦ ਰੱਖਿਓ ਜੋ ਜੇ ਬੈਟਰੀ ਦੀ EMF ਇਲੈਕਟ੍ਰੋਮੋਟਿਵ ਫੋਰਸ ਜਾਂ ਕਹਿ ਸਕਦੇ ਹਾਂ ਆਪਾਂ ਵੋਲਟੇਜ ਹੀ ਇੱਕ ਕਰ ਮੰਨ ਕੇ ਚੱਲੋ ਇਹਦੀ। ਠੀਕ ਆ ਪੋਟੈਂਸ਼ੀਅਲ ਇਹਦੇ ਅਕਰੋਸ ਪੋਟੈਂਸ਼ੀਅਲ ਆਪਣੇ ਕੋਲੇ ਕਿੰਨਾ E ਆ। ਠੀਕ ਆ ਅਤੇ ਇਹ ਰਜਿਸਟੈਂਸ ਆਪਣੇ ਕੋਲੇ R1 R2 R3। ਠੀਕ ਆ ਹੁਣ ਬੱਚੇ ਇੱਥੋਂ ਕਰੰਟ ਜਾਣਾ ਸ਼ੁਰੂ ਕਰੂਗਾ। ਠੀਕ ਆ ਅਤੇ ਜੇ ਕਰੰਟ ਇੱਥੋਂ ਜਾਊਗਾ ਇੱਥੋਂ ਇੱਧਰ ਦੀ ਤਾਂ ਸਾਰਾ ਕਰੰਟ ਕਿਤੇ ਡਿਵਾਈਡ ਹੋ ਰਿਹਾ। ਕਰੰਟ ਪੋਜ਼ੀਟਿਵ ਤੋਂ ਨੈਗੇਟਿਵ ਜਾਂਦਾ ਕਰੰਟ ਕਿਤੇ ਵੀ ਡਿਵਾਈਡ ਨਹੀਂ ਹੋ ਰਿਹਾ। ਪਰ ਜਿਹੜੀ ਆਹ ਮੇਰੀ ਵੋਲਟੇਜ ਆ ਉਹ ਕੀ ਆ ਕੁਛ ਕੁ ਪਾਰਟ ਇੱਥੇ ਡਰੋਪ ਹੋ ਜੂ ਕੁਛ ਕੁ ਇੱਥੇ ਡਰੋਪ ਹੋ ਜੂ ਅਤੇ ਕੁਛ ਕੁ ਇੱਥੇ ਡਰੋਪ ਹੋ ਜੂ। ਠੀਕ ਆ ਤਾਂ ਮੇਰੀ E ਦੀ ਵੈਲਿਊ ਕੀ ਆ ਜਾਊਗੀ ਓਵਰਆਲ ਮੰਨ ਲਓ E1 ਇੱਥੇ ਡਰੋਪ ਹੋ ਗਈ। ਠੀਕ ਆ E2 ਸੈਕਿੰਡ 'ਤੇ ਅਤੇ E3 ਥਰਡ 'ਤੇ ਡਰੋਪ ਹੋ ਗਈ। ਠੀਕ ਆ ਇਸ ਤਰ੍ਹਾਂ ਕਰਕੇ ਤੁਸੀਂ ਵੋਲਟ ਮੀਟਰ ਲਾ ਕੇ ਇੱਥੇ ਚੈੱਕ ਕਰ ਸਕਦੇ ਹੋ ਇਹਨਾਂ ਦੀ ਵੈਲਿਊ। ਠੀਕ ਆ V2 V3 ਠੀਕ ਆ ਸਮਝ ਆ ਗਈ। ਹਾਂ V ਲਿਖ ਲਓ ਆਪਾਂ ਵੋਲਟ ਮੀਟਰ ਦੇ ਵਿੱਚ V ਲਿਖ ਦਿੰਦੇ ਹਾਂ ਨਾ। ਠੀਕ ਆ ਹਾਂ ਇੱਥੇ ਇੱਥੇ E3 ਆਊਗਾ। ਠੀਕ ਆ ਸਮਝ ਆ ਗਈ ਕਲੀਅਰ ਆ। ਹੁਣ ਮੇਰੇ ਕੋਲੇ
ओम ला के अकॉर्डिंग ई की वैल्यू की होगी, जिवें मैं तुहानूं दस्सिया सी वी इज इक्वल्स टू किहदे हुंदा आई आर दे, ते वी की जगह मैं ए लिया गया, ई किहदे इक्वल हो गया आई आर। आ मेरा की आ टोटल वोल्टेज, ठीक है। तो इनू मैं की लिख सकदा ई की वैल्यू नू आई इंटू आर, आई इंटू आर। हुण आ मेरा आर की आ, ये आ रहा कि आ क्या इधर ला ये बच्चे आ बैटरी वास्ते तो तिन्ने रजिस्टेंस कम कर रहे हैं ना। इनू की लिखूंगा मैं सीरीज़ दे विच ओवरऑल वैल्यू जिहड़ी आपां फाइंड करनी है कितनी वैल्यू आती है, ठीक है। हुण E1 इत्थे ड्रॉप होई है तो करंट तो इत्थे आई जा रहा R1 आई R2 ते आई R3, ठीक है। आई ये जो कॉमन कड्डांगे तो की हो जाऊगा R1 प्लस R2 प्लस R3 आई आर एस, आई नाल आई कट हो गया तो मेरे को आर एस की वैल्यू की इक्वल्स टू आ गई इन्हां दा डायरैक्ट सम, ठीक है। इत्थों आपां नूं की पता लग रहा भी जे असी सीरीज़ दे विच दो या दो तो वध रजिस्टेंस जोड़ते हैं तो उन्हां दा ओवरऑल रजिस्टेंस का की हो रहा डायरैक्ट सम हो रहा, डायरैक्ट ऐड हो रहे हैं ना, डायरैक्ट ऐड हो रहे हैं तो यदी वैल्यू वधूगी कि घटूगी, यदी वैल्यू ऑबवियसली आ वध जूगी, ठीक है। हुण आपां इधर देखते हैं इत्थों भी करंट, तुसीं पहला काम यही देखना भी करंट पास करके वेखना, करंट पॉजिटिव तो नैगेटिव जांदा, देखो करंट इत्थों इधर नूं गया, इत्थों इधर नूं। हुण तीन रास्ते आ, कुछ क पार्ट करंट दा इधर जा वड़ू, कुछ क इधर ते कुछ क इधर। जिहड़ा मेरा आ आई करंट आ वो तिन्नां पार्टां च डिवाइड हो गया, ठीक है। मेरा करंट आई वो कि I1 I2 ते I3 च डिवाइड हो गया, ठीक है। आ सपोज कर लो R1 R2 ते R3, इधर I1 गया, इधर I2 गया तो इधर I3 गया, ठीक है। दोवां दे विचों बच्चे एक चीज़ सेम रहिंदी है। हुण करंट डिवाइड हो गया तो मेरे को ई की वैल्यू आ बैटरी सारे वास्ते सेम वर्क कर रही है, सारिਆਂ ਦੇ उत्ते इलैक्ट्रिकल पोटैंशियल की वैल्यू की होगी ई, ठीक है। तो आई की इत्थों ही फाइंड करो आई की वैल्यू, ये की बन जू ई बाय आर, आ करंट टोटल सी तो आह रजिस्टेंस भी ओवरऑल ही हो जाऊगा बच्चे पैरेलल च जो बनया, ये अकॉर्डिंग वो की बन जू ई बाय R1, ये अकॉर्डिंग ई बाय R2, ई बाय R3, ठीक है। ई कॉमन कढ़ लो जी, की बन गया 1 बाय R1 प्लस 1 बाय R2 प्लस 1 बाय R3, ई नाल ई कट तो मेरे को की बन गया 1 बाय RP की इक्वल्स टू आ गया 1 बाय R1 प्लस 1 बाय R2 प्लस 1 बाय R3, ठीक है। समझ आई। तो इत्थे की आपां नूं पता लग गया, इत्थे असीं रेसिप्रोकल करके बाद दे विच सम करदे हां। हुण इहदी वैल्यू वधूगी कि घटूगी, इहदे विच ओवरऑल वैल्यू बच्चे घट जूगी, ठीक है। आपां एग्जाम्पल लैके भी चल सकते हैं। एग्जाम्पल के तौर पर सपोज कर लो मैं 3 रजिस्टेंस ले ले, एक 2 ओम का, एक 4 का, एक 6 का, ठीक है। मैं कहते हैं यदि हाईएस्ट वैल्यू कितनी हो सकती है, इन्हां तिन्नां नूं कंबाइन करना, तिन्ने ही जोड़ने हैं तो हाईएस्ट वैल्यू कितनी हो सकती है। मैं किवें फाइंड करूँगा हाईएस्ट वैल्यू, इन्हां नूं सीरीज़ दे विच R1 प्लस R2 प्लस R3 इन्हां दा सम ही कर दूंगा डायरैक्ट, तो मेरे को कितना आ जाऊगा
10 ਤੇ 12 यही बन जू। जे मैं कह दियाँ ए तो उसकी की होगी हाईएस्ट वैल्यू, जे मैं कह दियाँ लोएस्ट वैल्यू दसो, लोएस्ट वैल्यू वो की हो जू 1/rp इज इक्वल्स टू 1/r1 प्लस 1/r2 प्लस 1/r3, 1/r1 1/2 1/4 1/6। एलसीएम ले लो, की बनूगा ਇਹਦਾ एलसीएम 12 6 प्लस 3 प्लस 2 कितना आ गया 11/2। ਇਹ ਰੈਸੀਪ੍ਰੋਕਲ ਕਰਾਂਗੇ क्योंकि ये तो 1/rp की वैल्यू आई है बच्चे, मैनू rp रजिस्टेंस की वैल्यू चाहिए होगी आजू 12/11 की आजू 1 पॉइंट समथिंग आजू है ना, ठीक है समझ आई। तो 1 पॉइंट समथिंग कुछ भी आ सकता। तो ਆਪਾਂ ਨੂੰ ਕੀ ਪਤਾ ਲੱਗ ਰਿਹਾ ਆਹ ਬੱਚੇ ਛੋਟੇ ਤੋਂ ਛੋਟਾ ਰਜਿਸਟੈਂਸ ਸੀ, ਜਦੋਂ ਅਸੀਂ ਇਹਨੂੰ ਪੈਰਲਲ ਚ ਜੋੜਦੇ ਹਾਂ ਵੈਲਿਊ ਇਦੋਂ ਵੀ ਘੱਟ ਆਉਂਦੀ ਆ, ਠੀਕ ਆ ਸਮਝ ਆਈ। ਓਕੇ ਜੀ चलो मेरा एक क्वेश्चन है वैसे ही आ 3 रजिस्टेंस 4 ओम, दूजा भी 4 ओम ते तीजा हैगा 6 ओम, 6 नहीं चलो 7 कर लो। मैं कहता तीनों रजिस्टेंस ही यूज़ करने हैं, ठीक है ते किवें आपां जोड़िए इहदी वैल्यू 9 ओम बन जाए, ਆਪਾਂ ਕਿਹੜੇ ਹਿਸਾਬ ਨਾਲ ਜੋੜੀਏ ਇਹਦੀ ਵੈਲਿਊ 9 ਓਮ ਬਣ ਜੇ। ਹੁਣ ਆਪਾਂ ਨੂੰ ਪਤਾ ਜੇ ਤਾਂ ਆਪਾਂ ਸੀਰੀਜ਼ ਦੇ ਵਿੱਚ ਇਸੇ ਤਰ੍ਹਾਂ ਜੋੜ ਦਾਂਗੇ ਤਾਂ ਇਹਦਾ ਕੀ ਹੋ ਜਾਊਗਾ ਡਾਇਰੈਕਟ ਸਮ ਹੋ ਜਾਊਗਾ ਹੈ ਨਾ, ਇਸ ਤਰੀਕੇ ਨਾਲ ਤਾਂ ਆਪਾਂ ਜੋੜ ਨਹੀਂ ਸਕਦੇ। ਚਲੋ ਆਪਾਂ ਪੈਰਲਲ 'ਚ ਜੋੜ ਕੇ ਵੇਖ ਲੈਂਦੇ ਹਾਂ ਇਸ ਤਰ੍ਹਾਂ। चार 4 7 मैं तुहानूं एक गल दसी सी जदों पैरलल च जोड़ते हैं तो जिहड़ा छोटे तो छोटा रजिस्टेंस हुंदा वैल्यू उहदे तो भी छोटी आउंदी आ, पर आपां नूं तां इदों तो थोड़ी जी वड्डी चाहिदी आ। फिर आपां ऐं कर लगे भी दो पैरलल च जोड़ के भी देख सकते हैं, एक सीरीज़ च जोड़ लीए ਜਾਂ ਤਾਂ ਐਂ ਕਰ ਲਓ 4 4 ਓਮ ਨੂੰ ਪੈਰਲਲ 'ਚ ਜੋੜ ਕੇ ਵੇਖ ਲਓ ਤੇ ਇਹਨੂੰ ਸਰ ਇਹ ਤਰੀਕਾ ਵੀ ਹੈਗਾ, ਠੀਕ ਆ। ਇਹਨਾਂ ਦੋਵਾਂ ਦੇ ਉੱਤੇ ਪੈਰਲਲ ਬਣਾਵਾਂਗੇ, ਪੈਰਲਲ ਕੰਬੀਨੇਸ਼ਨ ਲਾਈਏ ਤਾਂ ਕੀ ਬਣੂ 1/4 प्लस 1/4 ਕੀ ਆ ਜੂ, ਇਹਨੂੰ R12 ਮੰਨਿਆ ਸੀ, ਇਹਨੂੰ R12 ਦਾ ਨਾਮ ਦੇ ਦਿਓ। ਕੀ ਬਣ ਗਿਆ 4 1 ਕੀ ਬਣ ਗਿਆ 2/4 ਕੀ ਬਣ ਗਿਆ ਆਪਣੇ ਕੋਲੇ 1/2 ਤੇ R12 ਦੀ ਵੈਲਿਊ ਕਿੰਨੀ ਆ ਗਈ 2 ਓਮ। ਇਟ ਮੀਨਸ ਇਹਨਾਂ ਦੋਵਾਂ ਨੂੰ ਮਿਲਾ ਕੇ ਮੇਰੇ ਕੋਲੇ ਇੱਕ ਰਜਿਸਟੈਂਸ ਕਿੰਨਾ ਬਣ ਗਿਆ 2 ਓਮ। ਤੇ ਇਹਦੇ ਨਾਲ ਇਹਦਾ ਕੀ ਹੋ ਗਿਆ ਇਹ ਸੀਰੀਜ਼ ਦੇ ਵਿੱਚ, ਠੀਕ ਆ। ਤਾਂ ਜ਼ਰੂਰੀ ਨਹੀਂ ਆਪਾਂ ਦੋ ਹੀ ਚੀਜ਼ਾਂ ਵੇਖਣੀਆਂ ਵੀ ਸੀਰੀਜ਼ ਹੀ ਜਾਂ ਪੈਰਲਲ ਹੀ, ਇੱਕ ਕੰਬੀਨੇਸ਼ਨ 'ਚ ਦੋਵੇਂ ਵੀ ਹੋ ਸਕਦੇ ਹੋ, सीरीज़ भी हो सकता तो पैरलल भी हो सकता। तो देखने का आप देखांगे किमें सीरीज़ पैरलल, आप सिर्फ तो सिर्फ एक ही गल करनी आ पॉजिटिव तो शुरू करना, ठीक है करंट नू नोट तो नैगेटिव वाल नू जाना, ठीक है करंट नू आप तोड़ के देखना, ठीक है। चलो एक क्वेश्चन है एक करके देखियो जो
ठीक है। चलो इनू मान लो R1 R2 R3, चलो आ हो गया R4 R5 R6 R7 R8 R9, ठीक है। किहड़ा रह गया, चलो R10, ठीक है। ये सारे दे सारे ही बुत जिन्ने भी हैगे आ सारे दे सारे ये 4 ओम दे आ। तो मैनू ये दसना ओवरऑल रजिस्टेंस कितना होगा सारे कॉम्बीनेशन च, सारे कॉम्बीनेशन का मिला के, ठीक है। जे ये सम कर लिया तो ऐ समझ लियो जो थोनू पूरा चंगिया पूरा वधिया तरीके नाल कॉम्बीनेशन ऑफ रजिस्टेंस आउंदा। ये कल्ले कल्ले की वैल्यू बहुत R1 की वैल्यू भी 4 है, एदी वैल्यू भी 4 है, एदी भी 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 सारियां दी 4 आ। तो इन्हां दा ओवरऑल, ठीक है, ਇਹਦਾ घरों करके लैके आना, ठीक है। वीडियो के कमेंट के विच ही तुसीं आंसर दस सकते हैं, नहीं आप अगली वीडियो इसे ते ही बना दें, ठीक है।